ਮੈਂ ਯੂਕਰੇਨ ਦੇ ਕੀਵ 'ਚ ਸੀ ਜੀ। ਮੈਂ ਕੈਪੀਟਲ 'ਚ ਅਤੇ ਮੈਂ ਮੈਡੀਸਿਨ ਦੀ MBBS ਦੀ ਪੜ੍ਹਾਈ ਕਰਨ ਗਿਆ ਤਾ। ਜਦ ਵਾਰ ਸ਼ੁਰੂ ਹੋਈ ਤਾਂ ਉਸ ਤੋਂ ਪਹਿਲਾਂ ਤਾਂ ਸਾਨੂੰ ਹੁਣ ਪੂਰਾ ਕਨਫਰਮ ਨੋਟਿਸ ਨਹੀਂ ਤਾ, ਨਾ ਇੰਬੈਸੀ ਵੱਲੋਂ ਨਾ ਯੂਨੀਵਰਸਿਟੀ ਵੱਲੋਂ ਤਾਂ ਕੋਈ ਵੀ ਨੋਟਿਸ ਨਹੀਂ ਤਾ ਕਿ ਹਾਂ ਕਿ ਤੁਸੀਂ ਇੰਡੀਆ ਚਲੇ ਜਾਓ ਅਤੇ ਹਾਲੇ ਯੂਕਰੇਨ ਖਾਲੀ ਕਰ ਦਿਓ। ਇਹ ਸਭ ਜਦ ਹੋਇਆ ਜਦ ਉੱਥੇ 24 ਤਰੀਕ ਨੂੰ ਅਟੈਕ ਹੋਇਆ, ਉਸ ਤੋਂ ਬਾਅਦ ਹੀ ਨੋਟਿਸ ਆਇਆ ਕਿ ਹਾਂ ਕਿ ਤੁਹਾਨੂੰ ਖਾਲੀ ਕਰਨਾ ਹੈ ਯੂਕਰੇਨ, ਕਿ ਜਿਵੇਂ ਵੀ ਹੋਵੇ ਬੋਰਡਰ 'ਤੇ ਤੁਸੀਂ ਨਾਲ ਦੇ ਜਿਹੜੇ ਕੰਟਰੀ ਲੱਗ ਰਹੇ ਉਹਨਾਂ ਦੇ ਬੋਰਡਰ 'ਤੇ ਜਾਓ, ਉੱਥੇ ਤੋਂ ਇੰਡੀਅਨ ਐਮਬੈਸੀ ਤੁਹਾਨੂੰ ਇਵੈਕੂਏਟ ਕਰੂਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ। ਮੈਂ ਤੁਹਾਡੇ ਨਾਲ ਹਰਵਿੰਦਰ ਸਿੰਘ। ਜਿਵੇਂ ਕਿ ਰੂਸ ਅਤੇ ਯੂਕਰੇਨ ਦੇ ਵਿਚਕਾਰ ਹੈ ਜੋ ਪਿਛਲੇ ਲਗਭਗ 9 ਦਿਨਾਂ ਤੋਂ ਜੋ ਯੁੱਧ ਹੈ ਲਗਾਤਾਰ ਜਾਰੀ ਹੈ, ਜੋ ਭਾਰਤੀ ਵਿਦਿਆਰਥੀ ਹਨ ਉੱਥੇ ਵੱਡੀ ਗਿਣਤੀ ਦੇ ਵਿੱਚ ਫਸੇ ਹੋਏ ਸਨ। ਉਹਨਾਂ ਦੇ ਮਾਤਾ ਪਿਤਾ ਵੱਲੋਂ ਬਹੁਤ ਚਿੰਤਾ ਜਤਾਈ ਜਾ ਰਹੀ ਸੀ ਕਿ ਜੋ ਸਾਡੇ ਬੱਚੇ ਹਨ ਉਹ ਕਿਵੇਂ ਹੈ ਜੋ ਘਰਾਂ ਨੂੰ ਪਰਤਣਗੇ, ਪਰ ਭਾਰਤ ਸਰਕਾਰ ਦੇ ਵੱਲੋਂ ਜੋ ਯਤਨ ਹਨ ਉਹ ਵੀ ਲਗਾਤਾਰ ਜਾਰੀ ਹਨ ਕਿ ਬੱਚਿਆਂ ਨੂੰ ਹੈ ਜੋ ਘਰਾਂ ਤੱਕ ਪਹੁੰਚਾਇਆ ਜਾਵੇ। ਇਸੇ ਦੇ ਤਹਿਤ ਮਰੈਂਡਾ ਦੇ ਵਿੱਚ ਇੱਕ ਜੋ ਵਿਦਿਆਰਥੀ ਯੂਕਰੇਨ ਆਪਣੀ ਪੜ੍ਹਾਈ ਕਰਨ ਗਏ ਸਨ ਉਹ ਵੀ ਕੱਲ੍ਹ ਪਰਤੇ ਹਨ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹੜੇ ਸ਼ਹਿਰ ਵਿੱਚ ਸਨ ਉੱਥੇ ਪੜ੍ਹਾਈ ਕਰਦੇ ਅਤੇ ਉਹ ਜੋ ਕਿਵੇਂ ਹਨ ਆਪਣੇ ਘਰ ਪਰਤੇ ਹਨ। ਹਾਂਜੀ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਪਹਿਲਾਂ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡਾ ਸ਼ੁਭ ਨਾਮ। ਮੇਰਾ ਨਾਮ ਮੁਕੇਸ਼ ਕੁਮਾਰ ਹੈ ਜੀ। ਹਾਂਜੀ, ਤੁਸੀਂ ਉੱਥੇ ਯੂਕਰੇਨ ਦੇ ਕਿਹੜੇ ਸ਼ਹਿਰ ਵਿੱਚ ਸੀ ਅਤੇ ਜੋ ਆਪਣੀ ਕਿਹੜੀ ਪੜ੍ਹਾਈ ਕਰਨ ਗਏ ਸੀ? ਮੈਂ ਯੂਕਰੇਨ ਦੇ ਕੀਵ 'ਚ ਸੀ ਜੀ। ਮੈਂ ਕੈਪੀਟਲ 'ਚ ਅਤੇ ਮੈਂ ਮੈਡੀਸਿਨ ਦੀ MBBS ਦੀ ਪੜ੍ਹਾਈ ਕਰਨ ਗਿਆ ਤਾ। ਹਾਂਜੀ, ਜਿਹੜੀ ਤੁਸੀਂ ਆਪਣੀ ਪੜ੍ਹਾਈ ਸੀ ਉਹ ਮਤਲਬ ਕਿੰਨੀ ਪੂਰੀ ਕਰ ਲਈ ਸੀ ਹੁਣ ਤੱਕ? ਮੇਰਾ ਉੱਥੇ 6th ਸਮੈਸਟਰ ਚੱਲ ਰਿਹਾ ਤਾ, 3rd ਈਅਰ ਚੱਲ ਰਿਹਾ ਤਾ ਜੀ, ਅਤੇ ਬਾਕੀ ਹਾਲੇ ਦੇ 2-2.5 ਸਾਲ ਹਾਲੇ ਹੋਰ ਪਏ ਤੇ। ਹਾਂਜੀ, ਜਿਹੜੇ ਉੱਥੇ ਸ਼ਹਿਰ ਦੇ ਵਿੱਚ ਜਾਂ ਕਹਿ ਲਓ ਪੂਰੇ ਯੂਕਰੇਨ ਦੇ ਵਿੱਚ ਜੋ ਕਿੰਨੇ ਕੁ ਭਾਰਤੀ ਵਿਦਿਆਰਥੀ ਸਨ ਜੋ ਮੈਡੀਕਲ ਦੀ ਸਿੱਖਿਆ ਲਈ ਗਏ ਹੋਏ ਸਨ? ਉੱਥੇ ਟੋਟਲ 15 ਤੋਂ 18 ਹਜ਼ਾਰ ਬੱਚੇ ਹੈ ਪੂਰੇ ਯੂਕਰੇਨ 'ਚ, ਅਤੇ ਐਵੇਂ ਉਹ ਹੌਲੀ ਹੌਲੀ ਕਰਕੇ ਐਵੇਂ ਆਪਣੀ ਸਟੱਡੀ ਕੰਪਲੀਟ ਕਰ ਰਹੇ ਤੇ ਹਾਲੇ ਇਹ ਸੀਨ ਪੈ ਗਿਆ ਜੀ ਰਸ਼ੀਆ ਅਤੇ ਯੂਕਰੇਨ ਦਾ। ਤੁਹਾਨੂੰ ਕਦੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਤੁਸੀਂ ਇਹ ਜੋ ਯੂਕਰੇਨ ਹੈ ਰੂਸ ਨਾਲ ਲੜਾਈ ਦੇ ਚੱਲਦੇ ਹੈ ਜੋ ਮੂਵ ਹੋ ਜਾਓ ਉਰੇ ਤੋਂ ਜਾਂ ਤੁਸੀਂ ਛੱਡ ਕੇ ਚਲੇ ਜਾਓ? ਜਦ ਵਾਰ ਸ਼ੁਰੂ ਹੋਈ ਤਾਂ ਉਸ ਤੋਂ ਪਹਿਲਾਂ ਤਾਂ ਸਾਨੂੰ ਪੂਰਾ ਕਨਫਰਮ ਨੋਟਿਸ ਨਹੀਂ ਤਾ, ਨਾ ਇੰਬੈਸੀ ਵੱਲੋਂ ਨਾ ਯੂਨੀਵਰਸਿਟੀ ਵੱਲੋਂ ਤਾਂ ਕੋਈ ਵੀ ਨੋਟਿਸ ਨਹੀਂ ਤਾ ਕਿ ਹਾਂ ਕਿ ਤੁਸੀਂ ਇੰਡੀਆ ਚਲੇ ਜਾਓ ਅਤੇ ਹਾਲੇ ਯੂਕਰੇਨ ਖਾਲੀ ਕਰ ਦਿਓ। ਇਹ ਸਭ ਜਦ ਹੋਇਆ ਜਦ ਉੱਥੇ 24 ਤਰੀਕ ਨੂੰ ਅਟੈਕ ਹੋਇਆ, ਉਸ ਤੋਂ ਬਾਅਦ ਹੀ ਨੋਟਿਸ ਆਇਆ ਕਿ ਹਾਂ ਕਿ ਤੁਹਾਨੂੰ ਖਾਲੀ ਕਰਨਾ ਹੈ ਯੂਕਰੇਨ, ਕਿ ਜਿਵੇਂ ਵੀ ਹੋਵੇ ਬੋਰਡਰ 'ਤੇ ਤੁਸੀਂ ਨਾਲ ਦੇ ਜਿਹੜੇ ਕੰਟਰੀ ਲੱਗ ਰਹੇ ਉਹਨਾਂ ਦੇ ਬੋਰਡਰ 'ਤੇ ਜਾਓ, ਉੱਥੇ ਤੋਂ ਇੰਡੀਅਨ ਐਮਬੈਸੀ ਤੁਹਾਨੂੰ ਇਵੈਕੂਏਟ ਕਰੂਗੀ। ਜਿਵੇਂ ਕਿ ਜੋ ਲੜਾਈ ਹੈ ਇਸ ਨੂੰ ਕੱਲ੍ਹ ਲਗਭਗ 8 ਦਿਨ ਦਾ ਸਮਾਂ ਹੋ ਗਿਆ ਹੈ, ਤੁਸੀਂ ਕੱਲ੍ਹ ਘਰ ਪਰਤੇ ਹੋ, ਤੁਸੀਂ ਇਸ ਲੜਾਈ ਦੇ ਦੌਰਾਨ ਇੰਨੀ ਦੇਰ ਕਿਉਂ ਲਗਾ ਦਿੱਤੀ ਜੋ ਇੰਡੀਆ ਆਉਣ ਲੱਗੇ ਕਿ ਤੁਹਾਨੂੰ ਸ਼ੁਰੂ ਵਿੱਚ ਨਹੀਂ ਆ ਜਾਣਾ ਚਾਹੀਦਾ ਸੀ? ਜਿਵੇਂ 24 ਤਰੀਕ ਤੋਂ ਲੜਾਈ ਸ਼ੁਰੂ ਹੋਈ ਸੀ, 3-4 ਦਿਨ ਤਾਂ ਐਂ ਤਾਂ ਕਿ ਥੋੜ੍ਹਾ ਘੱਟ ਹੋ ਰਿਹਾ ਕਿ ਹਾਂ ਕਿ ਠੀਕ ਹੋ ਜਾਊਗਾ, ਅਤੇ ਇੰਡੀਅਨ ਐਮਬੈਸੀ ਕਹਿ ਰਹੇ ਤੇ ਕਿ ਤੁਹਾਨੂੰ ਇੰਡੀਅਨ ਗੌਰਮੈਂਟ ਹੀ ਇਵੈਕੂਏਟ ਕਰੂਗੀ, ਤੁਸੀਂ ਸਾਡੇ ਔਡਰ ਦਾ ਵੇਟ ਕਰੋ ਜਿਵੇਂ ਵੀ ਸੀ। ਪਰ ਉਹਨੇ ਇੱਕਦਮ ਸਾਨੂੰ ਔਡਰ ਦਿੱਤਾ ਕਿ ਹਾਂ ਕਿ ਤੁਹਾਨੂੰ ਖੁਦ ਤੋਂ ਖਾਲੀ ਕਰਨਾ ਪੈਣਾ ਹੈ, ਕਿ ਜਲਦੀ ਤੋਂ ਜਲਦੀ ਹੋ ਸਕੇ ਇੱਕ ਦੇ ਦਿਨ 'ਚ ਤੁਸੀਂ ਖਾਲੀ ਕਰੋ। ਫਿਰ ਉਹਨਾਂ ਨੇ ਟ੍ਰੇਨ ਵਗੈਰਾ ਜਿਵੇਂ ਵੀ ਬੱਚੇ ਸਾਰੇ ਹੈ ਟ੍ਰੇਨ ਵਗੈਰਾ 'ਤੇ ਲੱਦ ਕੇ ਜਾ ਰਹੇ, ਧੱਕਾ ਮੁੱਕੀ ਹੋ ਰਹੀ ਹੈ, ਤਾਂ ਉੱਥੇ ਤੋਂ ਆਪਣਾ ਕੀਵ ਖਾਲੀ ਕਰ ਰਹੇ ਹੈ, ਉੱਥੇ ਤੋਂ ਅੱਗੇ ਆਪਣੇ ਲੱਗਦੇ ਜਿਵੇਂ ਬਾਰਡਰ ਪੈ ਰਹੇ ਹੈ ਉੱਥੇ ਜਾ ਰਹੇ ਹੈ ਸਾਰੇ। ਤੁਹਾਡਾ ਯੂਕਰੇਨ ਦੇ ਵਿੱਚ ਜੋ ਲੜਾਈ ਦੇ ਚੱਲਦੇ ਕਿੰਨੀ ਤਰੀਕ ਨੂੰ ਤੁਸੀਂ ਲਾਸਟ ਟਾਈਮ ਯੂਕਰੇਨ ਦੇ ਵਿੱਚ ਸੀ? ਲਾਸਟ 1 ਤਰੀਕ ਨੂੰ ਤਾਂ ਜੀ ਮੈਂ ਯੂਕਰੇਨ 'ਚ ਲਾਸਟ ਉੱਦਣ ਵੀ ਬਹੁਤ ਮੁਸ਼ਕਿਲ ਨਾਲ ਨਿਕਲੇ, ਅਤੇ ਖੈਰ ਜੋ ਵੀ, ਅਤੇ ਟ੍ਰੇਨ 'ਚ ਵੀ ਭੀੜ ਵੀ ਬਹੁਤ ਜ਼ਿਆਦਾ ਸੀ, ਅਤੇ ਮੁਸ਼ਕਿਲ ਨਾਲ ਧੱਕਾ ਮੁੱਕੀ ਕਰਕੇ ਫਿਰ ਮੈਂ ਅਤੇ ਮੇਰੇ ਨਾਲ ਦੇ ਜਿੰਨੇ ਮੁੰਡੇ ਅਤੇ ਜਿੰਨੇ ਕੁੜੀਆਂ ਸੀ ਅਸੀਂ ਸਾਰੇ ਮਿਲ ਕੇ ਕਰਕੇ ਫਿਰ ਤਾਂ ਚੜ੍ਹੇ ਤੇ ਜੀ। ਉੱਥੇ ਜੋ ਲੜਾਈ ਦਾ ਮਾਹੌਲ ਸੀ ਉਹ ਕਿਵੇਂ ਦਾ ਸੀ? ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖ ਰਹੇ ਸੀ ਉਸ ਟਾਈਮ ਦੇ ਵਿੱਚ? ਉਸ ਟਾਈਮ 'ਤੇ ਬਸ ਇਹੀ ਸੀ ਕਿ ਹਾਂ ਕਿ ਜਦ ਵੀ ਐਕਸਪਲੋਜ਼ਨ ਦੇ ਸਾਊਂਡ ਸੁਣਦੇ ਤੇ ਫਿਰ ਸਿੱਧਾ ਬੰਕਰ 'ਚ ਹੀ ਜਾਂਦੇ ਤੇ ਅਸੀਂ, ਬੇਸਮੈਂਟ ਵਗੈਰਾ 'ਚ। ਹੋਰ ਕੋਈ ਸਾਡੇ ਕੋਲ ਕੋਈ ਆਪਸ਼ਨ ਨਹੀਂ ਤਾਂ ਕਿ ਹਾਂ ਕਿ ਜੇ ਘਰ 'ਚ ਰਹੀਏ ਤਾਂ ਫਿਰ ਰਿਸਕ ਹੈ, ਫਿਰ ਅੰਡਰਗਰਾਊਂਡ ਰਹਿੰਦੇ ਤੇ ਜੀ। ਖਾਣਾ ਵਗੈਰਾ ਤੁਹਾਨੂੰ ਉੱਥੇ ਕਿਵੇਂ ਦਾ ਪ੍ਰਬੰਧ ਸੀ? ਜਿਵੇਂ ਕਿ ਤਦ ਤੱਕ ਤਾਂ ਜੀ ਅਸੀਂ ਆਪਣੇ ਘਰ 'ਚ ਮੈਂ ਫਲੈਟ ਲੈ ਰੱਖਿਆ ਸੀ, ਅਸੀਂ 4 ਜਣੇ ਨੇ, ਫਿਰ ਅਸੀਂ ਫਲੈਟ 'ਤੇ ਹੀ ਰਹਿ ਰਹੇ ਤੇ
ਪਰ ਜਿਵੇਂ ਸਾਨੂੰ 24 ਤਰੀਕ ਨੂੰ ਧਮਾਕਾ ਵਗੈਰਾ ਸੁਣਿਆ ਜੀ ਏਅਰਪੋਰਟ 'ਤੇ ਕਰ ਦਿੱਤਾ ਗਿਆ, ਤਾਂ ਅਸੀਂ ਉਸੇ ਦਿਨ ਜਾ ਕੇ 10-15 ਦਿਨ ਦਾ ਰਾਸ਼ਨ ਲੈ ਕੇ ਆ ਗਏ ਤੇ। ਤਾਂ ਫਿਰ ਉਹ ਹੌਲੀ ਹੌਲੀ ਕਰਕੇ ਅਸੀਂ 6 ਦਿਨ ਤੱਕ ਚਲਾਇਆ, 5 ਕੁ ਦਿਨ। ਫਿਰ ਉਹਨੇ ਆਉਣ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਅਸੀਂ ਕੱਲ੍ਹ ਨੂੰ ਆਉਣਾ, ਉਸ ਤੋਂ 1 ਦਿਨ ਪਹਿਲਾਂ ਅਸੀਂ ਹੋਰ ਸਮਾਨ ਲੈ ਕੇ ਆ ਗਏ, ਕਮ ਸੇ ਕਮ 10-12 ਦਿਨ ਦਾ ਹੋਰ ਲੈ ਕੇ ਆ ਗਏ। ਇਸ ਕਰਕੇ ਸਾਡਾ ਹੌਲੀ ਹੌਲੀ ਕਰਕੇ ਰਾਸ਼ਨ ਚੱਲਦਾ ਰਿਹਾ, ਅਤੇ ਪਾਣੀ ਵਗੈਰਾ ਦਾ ਪ੍ਰਬੰਧ ਪਹਿਲਾਂ ਘੱਟ ਹੋ ਗਿਆ ਸੀ, ਪਰ ਮੁਸ਼ਕਿਲ ਨਾਲ ਐਵੇਂ ਕਿਆ ਕਹਿੰਦੇ ਆ ਔਖੇ ਸੌਖੇ ਜਾ ਕੇ ਅਸੀਂ ਬਾਹਰ ਪਾਣੀ ਵਗੈਰਾ ਵੀ ਅਸੀਂ ਲੈ ਕੇ ਆਏ। ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਸੀ ਤੁਸੀਂ ਜਿਹੜੇ ਭਾਰਤੀ ਵਿਦਿਆਰਥੀ ਸੀ ਕਿ ਇੰਡੀਆ ਸੁਰੱਖਿਅਤ ਪਹੁੰਚ ਪਾਓਗੇ? ਕੁਛ ਕਨਫਰਮ ਨਹੀਂ ਸੀ ਕਿ 50-50% 'ਤੇ ਕਿ ਜਾ ਵੀ ਸਕਦੇ ਹਾਂ ਕਿ ਨਹੀਂ ਵੀ ਜਾ ਸਕਦੇ ਹਾਂ, ਉਹ ਤਾਂ ਬਸ ਕਿ ਹਾਂ ਕਿ ਆ ਗਏ ਬਾਬੇ ਦੀ ਮਿਹਰ। ਹੁਣ ਤੁਹਾਨੂੰ ਆਪਣੇ ਪਰਿਵਾਰ ਨਾਲ ਕਿਵੇਂ ਲੱਗ ਰਿਹਾ ਕਿ? ਬਹੁਤ ਵਧੀਆ ਲੱਗ ਰਿਹਾ ਹੈ ਜੀ, ਜਿਹੜੇ ਵੀ ਆਏ ਕਾਫੀ ਸਾਲ ਬਾਅਦ ਮਿਲੇ ਹੈ, 2 ਸਾਲ ਹੋ ਗਏ ਤੇ ਉਹ ਫਿਰ ਹੁਣ ਆਏ ਹੈ ਅਤੇ ਮਿਲੇ। ਬਾਕੀ ਜਿਹੜੇ ਬਸ ਇਹੀ ਹੈ ਕਿ ਜਿਹੜੇ ਬੱਚੇ ਹਾਲੇ ਖਾਰਕੀ ਵਗੈਰਾ 'ਚ ਫਸੇ ਹੋਏ ਆ ਉਹ ਜਲਦ ਤੋਂ ਜਲਦ ਇਵੈਕੂਏਟ ਹੋ ਜਾਣ। ਉਹਨਾਂ ਕੋਲ ਕੋਈ ਸਾਧਨ ਵਗੈਰਾ ਵੀ ਨਹੀਂ ਹੈਗਾ, ਕਿਵੇਂ ਆਉਣ ਜਾਣ, ਕਿਵੇਂ ਕਿਆ ਕਰਨ, ਬਾਰਡਰ ਤੱਕ ਕਿਵੇਂ ਆਉਣਗੇ, ਬਸ ਇਹੀ ਮੇਨ ਹੈ ਜੀ। ਜਿਹੜਾ ਜਿਸ ਤਰ੍ਹਾਂ ਉੱਥੇ ਹੁਣ ਲੜਾਈ ਦਾ ਜਿਹੜਾ ਮੰਜ਼ਰ ਬਹੁਤ ਭਿਆਨਕ ਹੈ, ਜਿਹੜੇ ਸਟੂਡੈਂਟ ਉੱਥੇ ਬਚੇ ਹੋਏ ਹਨ ਖਾਰਕੀਵ ਜਾਂ ਹੋਰ ਸ਼ਹਿਰਾਂ ਦੇ ਵਿੱਚ, ਤੁਹਾਡਾ ਕੀ ਖਿਆਲ ਹੈ ਕਿ ਉਹ ਬਾਰਡਰਾਂ ਤੱਕ ਪਹੁੰਚ ਪਾਉਣਗੇ? ਹਾਂਜੀ, ਸਾਰਿਆਂ ਨੂੰ ਆਪਣੀ ਜਾਨ ਦੀ ਪਈ ਹੈ ਜੀ। ਪਹਿਲੀ ਗੱਲ ਉਹ ਜਿਵੇਂ ਨਾ ਕੁਛ ਤਾਂ ਕੁਛ ਕਰਨਗੇ ਕਿ ਕੁਛ ਚਾਹੇ ਪੈਦਲ ਚੱਲਣਗੇ, ਕੁਛ ਉਹਨਾਂ ਨੂੰ ਆਉਣਾ ਤਾਂ ਪੈਣਾ ਹੀ ਹੈ ਜੀ। ਜਿਵੇਂ ਕਿਉਂਕਿ ਗੌਰਮੈਂਟ ਉੱਥੇ ਤੱਕ ਕੁਛ ਕਰ ਨਹੀਂ ਰਹੀ ਹੈ, ਅਤੇ ਜੋ ਵੀ ਬੱਚਿਆਂ ਨੂੰ ਖੁਦ ਕਰਨਾ ਪੈ ਰਿਹਾ ਹੈ ਕਿ ਆਉਣਾ ਜਾਣਾ, ਜੋ ਵੀ ਜਿੱਥੇ ਤੱਕ ਬਾਰਡਰ ਤੁਸੀਂ ਕ੍ਰੋਸ ਕਰਨਾ ਹੈ, ਗੌਰਮੈਂਟ ਕੁਛ ਨਹੀਂ ਕਰ ਰਹੀ ਉੱਥੇ ਤੱਕ। ਉਹ ਅੱਗੇ ਬਾਰਡਰ ਤੋਂ ਖੁਦ ਐਮਬੈਸੀ ਵਾਲੇ ਇਵੈਕੂਏਟ ਕਰਦੇ ਹੈ, ਉਹ ਵੀ ਆਪਣਾ 100% ਦੇ ਰਹੇ, ਪਰ ਉਹ ਯੂਕਰੇਨ 'ਚ ਜਿੱਥੇ ਵੀ ਹੈਗੇ ਬੱਚੇ ਉੱਥੇ ਉਹ ਕੁਛ ਨਹੀਂ ਕਰ ਸਕਦੇ, ਬੱਚਿਆਂ ਨੂੰ ਖੁਦ ਆਉਣਾ ਪੈਣਾ। ਤੁਸੀਂ ਕਿਸ ਫਲਾਈਟ ਰਾਹੀਂ ਹੈ ਜਿਹੜਾ ਇੰਡੀਆ ਪਹੁੰਚੇ ਹੋ? ਕੋਈ ਪ੍ਰਾਈਵੇਟ ਫਲਾਈਟ ਸੀ ਜਾਂ ਕੋਈ ਆਪਣੇ ਇੰਡੀਅਨ ਏਅਰ ਫੋਰਸ ਦੀ ਫਲਾਈਟ ਸੀ? ਇੰਡੀਅਨ ਏਅਰ ਫੋਰਸ ਦੀ ਫਲਾਈਟ ਸੀ ਜੀ ਉਹ, ਜਿਸ 'ਚ ਅਤੇ ਬਾਕੀ ਪ੍ਰਾਈਵੇਟ ਫਲਾਈਟਾਂ ਵਗੈਰਾ ਵੀ ਕਾਫੀ ਚੱਲ ਰਹੀ। ਹੁਣ ਇੱਕ ਦਿਨ 'ਚ 5-5 ਫਲਾਈਟਾਂ ਆ ਰਹੀਆਂ ਇੱਕ ਬਾਰਡਰ ਤੋਂ, ਉਹ ਵੀ ਜਲਦ ਤੋਂ ਜਲਦ ਬੱਚਿਆਂ ਨੂੰ ਇਵੈਕੂਏਟ ਕਰ ਰਹੇ ਹੈ। ਅਤੇ ਪਹਿਲਾਂ ਫਲਾਈਟਾਂ ਵਗੈਰਾ ਘੱਟ ਤੀ, ਇੱਕ ਦਿਨ 'ਚ 1 ਫਲਾਈਟ ਆ ਰਹੀ ਹੈ, 2 ਫਲਾਈਟ ਆ ਰਹੀਆਂ, ਪਰ ਹੁਣ ਰੋਜ਼ ਹੀ 5 ਫਲਾਈਟਾਂ ਆ ਰਹੀਆਂ। ਹਾਲੇ ਠੀਕ ਹੈ, ਬੱਚੇ ਜਲਦ ਤੋਂ ਜਲਦ ਆ ਸਕਣਗੇ ਘਰ। ਜਿਵੇਂ ਕਿ ਤੁਸੀਂ ਕੀਵ ਸ਼ਹਿਰ ਛੱਡਿਆ, ਉੱਥੇ ਤੋਂ ਲੈ ਕੇ ਤੁਸੀਂ ਦੱਸ ਰਹੇ ਹੋ ਕਿ ਹੰਗਰੀ ਦੇ ਬਾਰਡਰ ਤੱਕ ਪਹੁੰਚੇ ਹੋ, ਤੁਹਾਡਾ ਜਿਹੜਾ ਉਹ ਸਾਰਾ ਸਫ਼ਰ ਕਿਵੇਂ ਦਾ ਰਿਹਾ? ਤੁਸੀਂ ਰਾਹ ਵਿੱਚ ਤੁਹਾਨੂੰ ਕੋਈ ਆਪਣਾ ਪਛਾਣ ਪੱਤਰ ਦਿਖਾਉਣਾ ਪਿਆ, ਕੋਈ ਪਾਸਪੋਰਟ ਵਗੈਰਾ, ਕੋਈ ਵੀਜ਼ਾ ਵਗੈਰਾ, ਕੋਈ ਇਹੋ ਜਿਹੀ ਪ੍ਰਕਿਰਿਆ ਹੈ ਸੀ ਜਿਹਦੇ ਨਾਲ ਤੁਹਾਨੂੰ ਇੰਡੀਅਨ ਏਅਰ ਫੋਰਸ ਦਾ ਜਿਹੜਾ ਜਹਾਜ਼ ਉਹ ਉੱਥੋਂ ਲੈਣ ਗਿਆ ਸੀ ਉਹਦੇ ਤਾਈਂ ਪਹੁੰਚਣਾ ਪਿਆ? ਨਹੀਂ, ਜਦ ਅਸੀਂ ਕੀਵ ਤੋਂ ਨਿਕਲੇ ਅਤੇ ਬਸ ਸਾਨੂੰ ਇਹ ਤਾਂ ਕਿ ਹਾਂ ਕਿ ਤੁਸੀਂ ਇੰਡੀਅਨ ਹੋ ਦੱਸੋ। ਜਿਵੇਂ ਅਸੀਂ ਆਪਣਾ ਪਾਸਪੋਰਟ ਦਿਖਾਉਂਦੇ ਤੇ ਇੰਡੀਅਨ ਹੈ, ਅਤੇ ਹੋਰ ਸਾਨੂੰ ਕਿਤੇ ਕੋਈ ਨਹੀਂ ਰੋਕ ਰਿਹਾ ਤਾਂ। ਅਤੇ ਬਾਕੀ ਜਿਵੇਂ ਅੱਗੇ ਤੱਕ ਜਾ ਕੇ ਸਾਡੇ ਕੋਲ ਆਇਡੈਂਟੀਟੀ ਆਪਣਾ ਸਿਰਫ ਜਦ ਤੱਕ ਯੂਕਰੇਨ 'ਚ ਅਤੇ ਫਿਰ ਪਸਵੀਦਕਾ ਵਗੈਰਾ ਹੁੰਦਾ, TR ਹੁੰਦਾ ਸਾਡਾ। ਉਸ ਤੋਂ ਬਾਅਦ ਸਾਡਾ ਪਹਿਚਾਣ ਆਇਡੈਂਟੀਟੀ ਸਿਰਫ ਪਾਸਪੋਰਟ ਸੀ। ਪਾਸਪੋਰਟ ਦੇ ਰਾਹੀਂ ਜੋ ਵੀ ਪੁੱਛ ਰਿਹਾ ਸੀ ਉਹਨੂੰ ਉਹ ਦੇ ਰਹੇ ਹਾਂ, ਫਿਰ ਅੱਗੇ ਸਾਨੂੰ ਜਾਣ ਦਿੰਦੇ ਤੇ ਅੱਗੇ ਬਾਕੀ ਐਮਬੈਸੀ ਵਾਲੇ ਖੁਦ ਦੇਖ ਲੈਂਦੇ ਆ, ਸਾਨੂੰ ਅੱਗੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਹੈਗੀ। ਅਤੇ ਬਾਕੀ ਏਅਰ ਫੋਰਸ ਵਗੈਰਾ ਦੀ ਫਲਾਈਟ ਜਿਵੇਂ ਵੀ ਸੀ ਉਹਨਾਂ ਨੇ ਅਰੇਂਜ ਕੀਤੀ ਅਤੇ ਅਸੀਂ ਬੈਠੇ। ਹੰਗਰੀ ਦੇ ਬਾਰਡਰ ਤੱਕ ਤੁਸੀਂ ਕਿਹੜੇ ਸਾਧਨਾਂ ਨਾਲ ਪਹੁੰਚੇ? ਆਹੀ ਹੈ ਜੀ ਮੇਨ ਤਾਂ ਨਾ ਟ੍ਰੇਨ, ਬੱਸ ਅਤੇ ਕੈਬ ਨਾਲ ਅਸੀਂ ਕਰਕੇ ਆਪਣੇ ਖੁਦ ਹੀ ਤਾਂ ਪਹੁੰਚੇ ਹਾਂ ਜੀ, 7-8 ਜਣੇ। ਜਿਸ ਤਰ੍ਹਾਂ ਕਿ ਉੱਥੇ ਕਾਫੀ ਸਟੂਡੈਂਟ ਹਨ, ਉਹਨਾਂ ਕੋਲ ਕੋਈ ਪਾਕਟ ਮਨੀ ਦੀ ਵੀ ਕਮੀ ਹੈ, ਪੈਸਾ ਵਗੈਰਾ ਨਹੀਂ ਹੈ, ਫਿਰ ਉਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਉੱਥੇ ਬਾਰਡਰ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਵਗੈਰਾ ਆ ਸਕਦੀ ਹੈ? ਉਹ ਐਵੇਂ ਤਾਂ ਆ ਸਕਦੀ ਹੈ ਜੀ, ਕਿਉਂਕਿ ਮਨੀ ਵਗੈਰਾ ਉਹ ਬਹੁਤ ਜ਼ਰੂਰੀ ਹੋਣਾ ਚਾਹੀਦਾ ਹੈ ਕੋਲ ਉਹਨਾਂ ਦੇ। ਪਰ ਹਾਂ ਕਿਆ ਕਹਿੰਦੇ ਨਾਲ ਦੇ ਯਾਰ ਦੋਸਤ ਲੈ ਕੇ ਅਰੇਂਜ ਕਰਕੇ ਉੱਥੇ ਤੋਂ ਆਉਣਾ ਤਾਂ ਪੈਣਾ ਹੀ ਹੈ ਜੀ, ਮਤਲਬ ਕਿ ਅਰੇਂਜ ਕਰ ਸਕਦੇ ਹਾਂ, ਹੋਰ ਕੁਛ ਨਹੀਂ, ਉੱਥੇ ਬੈਠੇ ਨਹੀਂ ਰਹਿ ਸਕਦੇ। ਫਿਰ ਤੁਸੀਂ ਉੱਥੇ ਤੋਂ ਜਿਹੜਾ ਇੰਡੀਅਨ ਏਅਰ ਫੋਰਸ ਦੇ ਜਹਾਜ਼ ਵਿੱਚ ਜਿਹੜੇ ਕਿੰਨੇ ਬੱਚੇ ਦਿੱਲੀ ਲਈ ਹੈ ਜੋ ਰਵਾਨਾ ਹੋਏ? ਕਮ ਸੇ ਕਮ 350 ਤੋਂ 400 ਬੱਚੇ ਤੇ ਜੀ, ਜੇ ਇੰਡੀਅਨ ਏਅਰ ਫੋਰਸ ਦੇ ਰਾਹੀਂ ਅਸੀਂ ਆਏ ਤੇ ਉਸ ਤੋਂ ਪਹਿਲਾਂ ਵੀ ਸਾਡੇ ਤੋਂ 2-3 ਫਲਾਈਟਾਂ ਆ ਚੁੱਕੀਆਂ ਸੀ ਸਾਡੇ। ਹਾਂਜੀ, ਅਤੇ ਬਾਕੀ ਮੇਰੀ ਫਲਾਈਟ 'ਚ 350 ਤੋਂ 400 ਬੱਚੇ ਤੇ। ਜਦੋਂ ਤੁਸੀਂ ਦਿੱਲੀ ਪਹੁੰਚੇ ਫਿਰ ਤੁਹਾਨੂੰ ਉੱਥੇ ਕੌਣ ਜਿਹੜੇ ਫੈਮਿਲੀ ਮੈਂਬਰ ਲੈਣ ਗਏ ਅਤੇ ਤੁਹਾਡੇ ਜੋ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ? ਬਹੁਤ ਵਧੀਆ, ਪਾਪਾ ਤਾਂ ਰੋਣ ਵਾਲੇ ਹੋ ਗਏ ਤੇ ਜੀ। ਅਤੇ ਬਾਕੀ ਇਹੀ ਹੈ ਜੀ, ਹੁਣ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਤੇ ਸਾਰੇ ਜਾਣੇ ਫਿਰ ਮਿਲਣ ਦੇ, ਅਤੇ ਮਾਤਾ ਜੀ ਤਾਂ ਜ਼ਿਆਦਾ ਹੀ ਉਹਨਾਂ ਦਾ ਬੁਰਾ ਹਾਲ ਹੋ ਰੱਖਿਆ ਸੀ। ਹਾਂਜੀ, ਜੋ ਵੀ ਵਧੀਆ ਲੱਗਿਆ।
ਤੁਸੀਂ ਸੁਣੀ ਇਹ ਸਾਰੀ ਗੱਲਬਾਤ ਜੋ ਯੂਕਰੇਨ ਤੋਂ ਕੀਵ ਸ਼ਹਿਰ ਤੋਂ ਜੋ ਇੱਕ ਮੈਡੀਕਲ ਦੀ ਪੜ੍ਹਾਈ ਕਰਨ ਗਏ ਵਿਦਿਆਰਥੀ ਜੋ ਪਰਤੇ ਹਨ। ਆਪਾਂ ਉਹਨਾਂ ਨਾਲ ਸਾਰੀ ਗੱਲਬਾਤ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿਵੇਂ ਦੇ ਹਾਲਾਤਾਂ ਵਿੱਚ ਦੀ ਹੋ ਕੇ ਉਹ ਭਾਰਤੀ 에ਅਰ ਫੋਰਸ ਦੇ ਜਹਾਜ਼ ਦੇ ਰਾਹੀਂ ਦਿੱਲੀ ਪਰਤੇ ਵਿਦਿਆਰਥੀ ਜੋ ਪਿਤਾ ਅਤੇ ਮਾਤਾ ਜੀ ਹਨ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿਵੇਂ ਲੱਗਿਆ ਜਦੋਂ ਉਹਨਾਂ ਦਾ ਬੱਚਾ ਅਜਿਹੇ ਦੌਰ ਵਿੱਚ ਤੇ ਲੰਘ ਕੇ ਲੜਾਈ ਦੇ ਮਾਹੌਲ ਵਿੱਚ ਤੇ ਘਰ ਪਰਤਿਆ। ਹਾਂਜੀ ਸਰ, ਤੁਹਾਡਾ ਸਵਾਗਤ ਹੈ ਜੀ। ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ, ਤੁਹਾਡਾ ਬੱਚਾ ਹੈ ਜੋ ਸੁੱਖ ਸ਼ਾਂਤੀ ਨਾਲ ਘਰ ਪਰਤਿਆ ਹੈ ਇਹ ਜੇ ਲੜਾਈ ਦੇ ਜੋ ਭਿਆਨਕ ਮਾਹੌਲ ਵਿੱਚ। ਤੁਹਾਨੂੰ ਕਿਵੇਂ ਦਾ ਲੱਗਿਆ ਜਦੋਂ ਤੁਹਾਡਾ ਬੱਚਾ ਘਰ ਪਰਤਿਆ, ਜਦੋਂ ਤੁਸੀਂ ਉਸ ਨੂੰ ਦਿੱਲੀ ਲੈਣ ਗਏ ਏਅਰਪੋਰਟ 'ਤੇ? ਦੇਖੋ ਜੀ, ਸਭ ਤੋਂ ਪਹਿਲੇ ਤਾਂ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਧੰਨਵਾਦ ਕਰਦਾ ਜੀ ਕਿ ਸਾਡਾ ਬੇਟਾ ਬਹੁਤ ਤਰੀਕੇ ਨਾਲ, ਬਹੁਤ ਚੰਗੇ ਤਰੀਕੇ ਨਾਲ ਆ ਗਿਆ ਜੀ, ਇੰਡੀਆ ਪਹੁੰਚ ਗਿਆ। ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। ਅਤੇ ਅਸੀਂ ਗਏ, ਦੇਖੋ ਪਤਾ ਲੱਗਿਆ ਹੀ ਤਾਂ ਕਿ ਹਾਂ ਇਸ ਤਰ੍ਹਾਂ ਚਲੋ ਅਸੀਂ ਤਾਂ ਬਹੁਤ ਘਬਰਾਏ ਵੇ ਤੇ, ਪਰ ਚਲੋ ਕਿਸੇ ਤਰ੍ਹਾਂ ਬੇਟਾ ਵੀ ਹੌਸਲਾ ਵਧਾ ਕੇ ਰਿਹਾ। ਉੱਥੇ ਬਾਰਡਰ 'ਤੇ ਆਇਆ, ਫਿਰ ਸਰਕਾਰ ਨੇ, ਇੰਡੀਆ ਵਾਲੇ ਨੇ ਚੱਕ ਲਿਆ ਜੀ ਉਹਨਾਂ ਨੂੰ, ਕਿਸੇ ਤਰ੍ਹਾਂ ਏਅਰਫੋਰਸ ਜਹਾਜ਼ ਨਾਲ ਲੈ ਆਇਆ ਜੀ ਗਾਜ਼ੀਆਬਾਦ। ਫਿਰ ਅਸੀਂ ਗਏ, ਮੈਂ ਅਤੇ ਮੇਰਾ ਦੋਸਤ ਗਿਆ ਅਤੇ ਉੱਥੇ ਤੇ ਫਿਰ ਬੇਟੇ ਨੂੰ ਲੈ ਕੇ ਆਇਆ ਜੀ। ਅਤੇ ਬਹੁਤ ਵਧੀਆ ਲੱਗਿਆ ਜੀ ਕਿ ਚੱਲ ਸਾਡਾ ਨਿਆਣਾ ਆ ਗਿਆ। ਅਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਸਾਡਾ ਬੇਟਾ ਆ ਗਿਆ, ਇਹਦੇ ਹੀ ਸਾਰੇ ਦੇ ਨਿਆਣੇ ਜਿੱਥੇ ਵੀ ਹੈਗੇ ਆ ਉਸ ਏਰੀਏ 'ਚ ਫਸੇ ਹੋਏ ਆ ਜੀ, ਉਹ ਕਿਸੇ ਤਰ੍ਹਾਂ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਨੂੰ ਇੰਡੀਆ ਪਹੁੰਚ ਉਹਨਾਂ ਦੇ ਮਾਂ ਪਿਓ ਉਹਨਾਂ ਨੂੰ ਕਰ ਦੇਵੇ ਜੀ, ਕਿ ਉਹਨਾਂ ਦਾ ਸਰਕਾਰ ਨੂੰ ਧੰਨਵਾਦ ਕਰਦਾ ਜੀ। ਜਿਸ ਤਰ੍ਹਾਂ ਕਿ ਪਹਿਲਾਂ ਜਿਹੜੇ ਹਮਲੇ ਸੀ ਬਹੁਤ ਜ਼ਿਆਦਾ ਭਿਆਨਕ ਹੋ ਰਹੇ ਸੀ ਰਸ਼ੀਆ ਵੱਲੋਂ ਯੂਕਰੇਨ 'ਤੇ, ਉਵੇਂ ਤੁਹਾਡੇ ਉਸ ਦੇ ਦੌਰਾਨ ਤੁਹਾਡੇ ਮਨ ਵਿੱਚ ਹੈ ਜੋ ਕਿਵੇਂ ਚੱਲ ਰਿਹਾ ਸੀ? ਸਾਨੂੰ ਤਾਂ ਐਂ ਤਾਂ ਕਿ ਚਲੋ ਇੰਨਾ ਨਹੀਂ ਹੋਣਾ, ਕਿ ਥੋੜ੍ਹਾ ਬਹੁਤ ਹੋਏਗਾ, ਕੋਈ ਨਹੀਂ, ਕਿ ਹਾਲੇ ਕਾਲਜ ਵਾਲੇ ਵੀ ਨਹੀਂ ਕੁਝ ਕਹਿੰਦੇ ਤੇ, ਕਹਿੰਦੇ ਕਿ ਨਹੀਂ ਇੱਦਾਂ ਦੇ ਨਹੀਂ ਹੈਗਾ, ਕਿ ਗੱਲਬਾਤ ਕਿ ਥੋੜ੍ਹੀ ਬਹੁਤ ਹੋਣਗੇ, ਕਿ ਤੁਹਾਡੀ ਪੜ੍ਹਾਈ ਚੱਲ ਰਿਹਾ, ਫਾਈਨਲ ਆ ਰਿਹਾ 3 ਸਾਲ ਦਾ, ਕਿ ਤੁਸੀਂ ਇੱਦਾਂ ਘਬਰਾਓ ਨਾ, ਕਿ ਅਸੀਂ ਖੁਦ ਤੁਹਾਨੂੰ ਦੱਸਾਂਗੇ। ਪਰ 1/24 ਤਰੀਕ ਨੂੰ ਹਮਲਾ ਹੋਇਆ, ਸਾਰੇ ਦੁਨੀਆ ਡਰ ਗਏ ਕਿ ਹਾਂ ਕਿ ਇੱਦਾਂ। ਪਰ ਫਿਰ ਹੌਲੀ ਹੌਲੀ ਉਹਨਾਂ ਨੇ ਕਹਿ ਦਿੱਤਾ ਕਿ ਨਹੀਂ, ਕਿ ਤੁਸੀਂ ਇੱਥੇ ਤੇ ਕਿਸੇ ਤਰ੍ਹਾਂ ਵੀ ਆਪਣੇ ਸਾਧਨ ਨਾਲ ਤੁਸੀਂ ਬਾਰਡਰ ਤੱਕ ਨਿਕਲੋ, ਉੱਥੇ ਤੇ ਆ ਕੇ ਫਿਰ ਸਰਕਾਰ ਚੱਕੇ ਰਹੀ ਹੈ ਜੀ। ਤੁਸੀਂ ਉਹਨਾਂ ਦੇ ਜੋ ਪਿਤਾ ਜੀ ਦੀ ਜੋ ਗੱਲਬਾਤ ਸੁਣੀ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਸਾਡਾ ਬੱਚਾ ਹੈ ਜੋ ਘਰ ਪਰਤਿਆ ਹੈ ਉਸ ਲੜਾਈ ਦੇ ਭਿਆਨਕ ਮੰਜ਼ਰ ਵਿੱਚ। ਤੇ ਅਸੀਂ ਉਹਨਾਂ ਦੇ ਜੋ ਮਾਤਾ ਜੀ ਹਨ ਉਸ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿਵੇਂ ਲੱਗਿਆ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕਿਵੇਂ ਲੱਗਿਆ ਕਿ ਜਦੋਂ ਤੁਹਾਡਾ ਬੱਚਾ ਇੰਨੇ ਲੜਾਈ ਦੇ ਭਿਆਨਕ ਦੌਰ ਵਿੱਚ ਤੇ ਘਰ ਪਰਤਿਆ, ਜੋ ਲੜਾਈ ਵੀ ਹੈ ਜੋ ਲੰਬੀ ਚਲੇ ਗਈ, 1 ਹਫ਼ਤੇ ਤੋਂ ਜੋ ਲੜਾਈ ਨੂੰ ਵੱਧ ਦਾ ਸਮਾਂ ਹੋ ਗਿਆ ਸੀ? जी सानू तो बहुत घबराहट होता था, बच्चे उधर फंसिया था। मैं तो कहता था क्या पता मेरे बच्चे नाल क्या होना है क्या नहीं। बच्चे मेरे घर पर जल्दी जल्दी मोदी सरकार कृपा करे, मेरे बच्चे जल्दी जल्दी घर पर आ जाओ। ऐसे भी हम इनको भी कहते थे ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਉਸਦੇ ਲੜਕੇ ਦੇ ਮਾਤਾ ਜੀ ਹਨ ਭਾਵੁਕ ਹੋ ਗਏ ਹਨ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਰਾਜੀ ਖੁਸ਼ੀ ਘਰ ਆ ਗਿਆ ਹੈ। ਤੁਸੀਂ ਦੇਖ ਰਹੇ ਸੀ ਲੋਕ ਮਸਲੇ ਚੈਨਲ। ਅਸੀਂ ਤੁਹਾਡੇ ਨਾਲ ਯੂਕਰੇਨ ਤੋਂ ਜੋ ਇੱਕ ਲੜਾਈ ਦੇ ਭਿਆਨਕ ਦੌਰ ਵਿੱਚ ਜੋ ਵਿਦਿਆਰਥੀ ਮਰਿੰਡੇ ਪਰਤਿਆ ਹੈ ਉਸ ਨਾਲ ਗੱਲਬਾਤ ਕੀਤੀ ਅਤੇ ਉਸਨੇ ਸਾਰਾ ਜੋ ਆਪਣਾ ਹਾਲ ਦੱਸਿਆ ਕਿ ਮੈਂ ਉੱਥੇ ਜਦੋਂ ਉਹ ਇੰਡੀਅਨ 에ਅਰ ਫੋਰਸ ਦੇ ਫਲਾਈਟ ਦੇ ਰਾਹੀਂ ਪਰਤਿਆ ਹੈ ਕਿਵੇਂ ਦਾ ਜੋ ਮਾਹੌਲ ਸੀ। ਜੁੜੇ ਰਹੋ ਲੋਕ ਮਸਲੇ ਚੈਨਲ ਦੇ ਨਾਲ। ਧੰਨਵਾਦ।